अच्छा, जिस टॉपिक पे मैं लेक्चर स्टार्ट कर रहे हैं दैट इज योर वर्किंग ऑफ ਮਾਊਸ। ਟਿਲ ਲਾਸਟ ਲੈਕਚਰ ਅਸੀਂ ਮਾਊਸ ਦੇ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਸੀਗੇ, ਡਿਫਰੈਂਟ ਕਾਈਂਡ ਆਫ ਮਾਊਸ ਜਿਹੜੇ ਸਾਡੇ ਕੋਲ ਅਵੇਲੇਬਲ ਸੀ। ਠੀਕ ਹੈ, ਅੱਜ ਅਸੀਂ ਗੱਲ ਕਰਾਂਗੇ ਹਾਊ ਦਿਸ ਮਾਊਸ ਵਰਕਸ। ਮਾਊਸ ਦੀ ਵਰਕਿੰਗ ਕਿਸ ਤਰੀਕੇ ਨਾਲ ਹੈ। ਮਕੈਨੀਕਲ ਮਾਊਸ ਦੇ ਵਿੱਚ ਬਾਟਮ ਤੇ ਮਾਊਸ ਦੇ, ਦਿਸ ਇਜ਼ ਯੋਰ ਮਾਊਸ, ਮਾਊਸ ਦੇ ਬਾਟਮ ਤੇ ਇੱਕ ਬਾਲ ਹੁੰਦੀ ਹੈ ਮਕੈਨੀਕਲ ਮਾਊਸ 'ਚ, ਆਪਟੀਕਲ ਮਾਊਸ ਦੇ ਵਿੱਚ ਨਹੀਂ ਹੁੰਦੀ। as you added in workings next time explain ਕਰਨ ਲੱਗੇ ਹਾਂ, this is a working of mechanical as you move the mouse। ਜਦੋਂ ਤੁਸੀਂ ਮਾਊਸ ਮੂਵ ਕਰੋਗੇ, ਜਿਹੜੀ ਨੀਚੇ ਛੋਟੀ ਜਿਹੀ ਗੋਲ ਬਾਲ ਹੈ, it moves the roller, ਰੋਲਰ ਨੂੰ ਮੂਵ ਕਰਦੀ ਬਾਲ। ਜਿੱਦਾਂ ਹੀ ਅਸੀਂ ਮਾਊਸ ਮੂਵ ਕੀਤਾ ਫਲੈਟ ਸਰਫੇਸ ਤੇ, ਮੈਂ ਸ਼ਾਇਦ ਲਾਸਟ ਲੈਕਚਰ 'ਚ ਇਹੀ ਗੱਲ ਕਰ ਰਿਹਾ ਸੀ that ਮਾਊਸ ਨੂੰ ਹਮੇਸ਼ਾ ਅਸੀਂ ਫਲੈਟ ਸਰਫੇਸ ਤੇ ਮੂਵ ਕਰਦੇ ਹਾਂ ਨਾਰਮਲੀ। ਪਰਫੈਕਟ ਵੇ ਨਾਲ ਜੇ ਮਾਊਸ ਮੂਵ ਕਰਦਾ ਨਾ, ਉਹ ਫਲੈਟ ਸਰਫੇਸ ਤੇ ਹੀ ਮੂਵ ਕਰਦਾ। ਔਰ ऑप्टिकल माउस अगर शीशा होवे नीचे, ਤੁਸੀਂ ਤੇ ਮੂਵ ਕਰੋਗੇ ਤੁਹਾਡਾ ਕਰਸਰ ਮੂਵ ਨਹੀਂ ਕਰੇਗਾ। ਵੈਸੇ ਵੀ ਇੱਕ ਐਗਜ਼ਾਮਪਲ ਲਓ, ਦੇਖੋ ਹੁਣ ਇਸ ਟਾਈਮ ਤੁਹਾਡੀ ਸਕਰੀਨ ਹੈ, ਮੈਂ ਇਸ ਟਾਈਮ ਮਾਊਸ ਨੂੰ ਮੂਵ ਕਰ ਰਿਹਾ, ਮੇਰਾ ਕਰਸਰ ਮੂਵ ਨਹੀਂ ਕਰ ਰਿਹਾ। ਜਦੋਂ ਇਸ ਮੈਂ ਫਲੈਟ ਸਰਫੇਸ ਤੇ ਲੈ ਰਿਹਾ ਤਾਂ ਹੀ ਦੇਖੋ ਮਾਊਸ ਮੂਵ ਕਰ ਰਿਹਾ ਹੈ, ਬਿਕੋਜ਼ ਕੀ ਇਹਦਾ ਕਨਸੈਪਟ ਹੈ। ਮੈਂ ਨੈਕਸਟ ਸਲਾਈਡ ਦੇ ਵਿੱਚ ਤੁਹਾਨੂੰ ਆਪਟੀਕਲ ਮਾਊਸ ਦੀ ਵਰਕਿੰਗ ਦਾ ਕਨਸੈਪਟ ਵੀ ਲਾਉਂਗਾ। ਇਸ ਸਲਾਈਡ ਦੇ ਵਿੱਚ ਮੈਂ ਮਕੈਨੀਕਲ ਮਾਊਸ ਦੀ ਵਰਕਿੰਗ ਦਾ ਕਨਸੈਪਟ ਲੈ ਰਿਹਾ। if you move the mouse straight up side, अगर आ देखो this is मैं एक एग्जांपल लेना, look at this page। ये पेज ਤੁਹਾਨੂੰ दिख ਰਿਹਾ, पेज ਦੇ टॉप ਤੇ y एक्सिस पॉजिटिव, नीचे y एक्सिस नेगेटिव। मैं ਤੁਹਾਨੂੰ ਇੱਕ ਬਣਾ ਕੇ ਦਿਖਾਣਾ ਹੈ। I'll display you page। ਤੁਸੀਂ x ਤੇ y एक्सिस ਪੜਿਆ ਹੋਏਗਾ, ਸ਼ਾਇਦ ਤੁਹਾਨੂੰ ਇਸ ਸਕਰੀਨ ਤੇ ਥੋੜਾ ਦਿਖ ਜਾਏ। मैं थोड़ा स्क्रीन पे ਤੁਹਾਨੂੰ दिखा रहे हैं, ठीक है। Look at this particular screen। Look at this particular screen। अगर ਤੁਹਾਨੂੰ visible ਹੋਵੇ, this one, this top ਤੇ y axis ਹੈ, ਇਹ ਤੁਹਾਡਾ ਵਿੱਚ center point ਹੈ, this is your center point। नीचे वाली साइड y axis negative, right hand side, this is right hand side, I'm sorry, this is left, this is right hand side। ਤੁਹਾਡਾ x axis positive ਹੈ और लेफ्ट हैंड साइड ਤੇ ਤੁਹਾਡਾ x axis नेगेटिव। अगर ਅਸੀਂ xy ਚਾਰਟ ਡਰਾ ਕਰੀਏ ਤਾਂ ਇਸ ਵੇ ਨਾਲ ਹੁੰਦਾ ਹੈ, टॉप ਤੇ y axis पॉजिटिव, नीचे y axis नेगेटिव, लेफ्ट ਤੇ x axis ਤੁਹਾਡਾ नेगेटिव, राइट ਤੇ x axis पॉजिटिव। ਇਹ ਬੜਾ ਬੇਸਿਕ ਕਨਸੈਪਟ ਹੈ। ਜ਼ਰੂਰੀ ਨਹੀਂ ਹੈ ਸਟੇਟ ਹੋਵੇ, ਅਗਰ ਉਹ ਫਲੈਟ ਸਰਫੇਸ ਵੀ ਹੋਵੇ। अगर मैं फ्लैट सरफेस की गल करा, अप साइड y एक्सिस पॉजिटिव, डाउन साइड y एक्सिस नेगेटिव, लेफ्ट साइड x एक्सिस पॉजिटिव, राइट साइड x एक्सिस नेगेटिव। अगर ਤੁਸੀਂ ਆਪਣੀ ਕਾਪੀ ਤੇ ਵੀ ਡਰਾ ਕਰੋਗੇ ਇਹ ਤੁਸੀਂ, ਤਾਂ ਤੁਹਾਨੂੰ x एक्सिस y एक्सिस ਦਾ ਅੰਡਰਸਟੈਂਡ ਹੋ ਜਾਏਗਾ ਕਨਸੈਪਟ। ਨਾਓ ਮਕੈਨੀਕਲ ਮਾਊਸ ਦੇ ਵਿੱਚ ਕੀ ਹੁੰਦਾ ਹੈ, if you move the mouse straight up, up ਦਾ ਮਤਲਬ towards positive y axis, only the y axis wheel turns। सिर्फ y axis ਦਾ wheel turn करेगा, x axis ਦਾ wheel turn नहीं करेगा। और अगर if you move the mouse towards right, तो x axis ਦਾ wheel turn होना चाहिए, y axis ਦਾ wheel turn नहीं होना चाहिए। First thing first, I am talking about
मैकेनिकल माउस। मैकेनिकल माउस ਦੇ ਬਾਟਮ ਤੇ ਇੱਕ ਬਾਲ ਹੁੰਦਾ ਹੈ। ਅਗਰ ਬਾਲ ਨੂੰ ਮੈਂ ਅਪ ਸਾਈਡ ਸਟ੍ਰੇਟ ਉੱਪਰ ਲੈ ਕੇ ਜਾਊਂਗਾ, ਸਟ੍ਰੇਟ ਉੱਪਰ ਲੈ ਕੇ ਜਾਊਂਗਾ ਤਾਂ ਉਹ ਵਾਈ ਐਕਸਿਸ ਦੇ ਵਾਈ ਐਕਸਿਸ ਦੇ ਵੀਲ ਨੂੰ ਟਰਨ ਕਰੇਗਾ। ਔਰ ਅਗਰ ਉਸ ਨੂੰ ਮੈਂ ਰਾਈਟ ਸਾਈਡ ਤੇ ਲੈ ਕੇ ਜਾਊਂਗਾ ਜਾਂ ਲੈਫਟ ਸਾਈਡ ਤੇ ਲੈ ਕੇ ਜਾਊਂਗਾ then ਉਹ ਐਕਸ ਐਕਸਿਸ ਦੇ ਵੀਲ ਨੂੰ ਟਰਨ ਕਰੇਗਾ। ਲੇਕਿਨ ਇਹ ਤਾਂ ਸਟ੍ਰੇਟ ਦੀ ਗੱਲ ਕਰ ਰਹੀ ਜਦੋਂ ਸਟ੍ਰੇਟ ਮੈਂ 90 डिग्री ਦੇ ਐਂਗਲ ਤੇ ਜਾ ਰਿਹਾ, ਰਾਈਟ ਹੈਂਡ ਸਾਈਡ ਤੇ ਲੈ ਕੇ ਜਾ ਰਿਹਾ ਮੈਂ ਇਸ 0 डिग्री ਦੇ ਐਂਗਲ ਤੇ। ਬਟ ਅਗਰ 45 डिग्री ਦੇ ਐਂਗਲ ਤੇ ਲੈ ਕੇ ਜਾਵਾਂ ਤਾਂ ਤੁਹਾਡਾ ਐਕਸ ਐਂਡ ਵਾਈ ਐਕਸਿਸ ਦੋਨਾਂ ਦੇ ਵੀਲ ਨੂੰ ਇਕੱਠੇ ਟਰਨ। ਇਫ ਯੂ ਗੈਟਿੰਗ ਮਾਈ ਪੁਆਇੰਟ, अगर मैं 90 डिग्री ਤੇ एंगल ਤੇ मूव करूंगा तो सिर्फ वाई एक्सिस ਦਾ ਵੀਲ ਟਰਨ ਕਰੇ। अगर मैं 0 डिग्री ਦੇ एंगल ਤੇ मूव ਕਰਾਂਗਾ ਤਾਂ मैं एंगल ਦੀ ਗੱਲ ਕਰ ਰਿਹਾ ਤਾਂ ਟੋਟਲ एक्स एक्सिस ਦਾ ਤੁਹਾਡਾ ਵੀਲ ਟਰਨ ਕਰੇਗਾ 0 ਜਾਂ 180, ठीक है। और अगर मैं 45 डिग्री ਦੇ एंगल ਤੇ ਜਾ ਰਹੇ ਹਾਂ, ਮਾਊਸ ਨੂੰ ਲੈ ਕੇ ਘੁਮਾ ਰਹੇ ਹਾਂ, ਮਾਊਸ ਨੂੰ मूव ਕਰ ਰਹੇ ਹਾਂ ਤਾਂ ਤੁਹਾਡਾ एक्स एक्सिस एंड वाई एक्सिस ਦਾ ਵੀਲ ਦੋਨੋਂ ਟਰਨ ਕਰੋ। नाउ नेक्स्ट इज each wheel is made up of plastic spokes, and as it turns, the spokes repeatedly break a light beam. ਇਹਨੂੰ ਪੂਰਾ ਹੁਣ ਅੱਗੇ ਲੈ ਕੇ ਆਣਾ ਕੀ ਕਹਿੰਦੇ ਪਏ, the more the wheel turns, the more times the beam is broken. ਜਿੰਨਾ wheel turn ਕਰੇਗਾ ਉਹ ਜਿਹੜੀ ਲਾਈਟ ਦੀ beam ਹੈ ਉਨੀ ਉਹ ਟੁੱਟੇਗੀ। So counting the number of times the beam is broken as a measure of how far that wheels and turn and how far you have pushed the mouse. ਕੀ ਇਹ ਪੈਰਾਗ੍ਰਾਫ ਕਹਿਣਾ ਚਾਹੁੰਦਾ ਹੈ? ਕਹਿੰਦਾ ਜਦੋਂ ਤੁਸੀਂ ਮਾਊਸ ਨੂੰ ਮੂਵ ਕਰਦੇ ਹੋ ਕਿਸੇ ਵੀ ਸਾਈਡ ਤੇ ਫਲੈਟ ਸਰਫੇਸ, ਕਿਸੇ ਵੀ ਸਾਈਡ ਤੇ ਫਲੈਟ ਸਰਫੇਸ ਤੇ ਤੁਸੀਂ ਮੂਵ ਕਰਦੇ ਹੋ ਤੇ ਲਾਈਟ ਬੀਮ ਟੁੱਟਦੀ ਹੈ, ਲਾਈਟ ਦੀ ਬੀਮ ਟੁੱਟਦੀ। ਜਿੰਨਾ ਤੁਸੀਂ ਵੀਲ ਨੂੰ ਮੂਵ ਕਰੋਗੇ, ਜਿੰਨੀ ਵਾਰੀ ਮੂਵ ਕਰੋਗੇ ਉਨੀ ਵਾਰੀ ਲਾਈਟ ਬੀਮ ਟੁੱਟੇਗੀ, ਕੰਟੀਨਿਊਸ ਨਹੀਂ ਆਏਗੀ। So counting the number of times the beam is broken, कितनी बारी beam टूटी है, is a way of measuring precisely how far the wheel has turned. कितनी बारी wheel turn होया और कितनी बारी wheel हो push होया। कितना counting होती, कौन counting करता है? This counting and measuring is done by a microchip inside the mouse. ਮਾਊਸ ਦੇ ਅੰਦਰ ਇੱਕ ਮਾਈਕਰੋਚਿਪ ਹੁੰਦੀ ਹੈ, ਉਹ ਕੇਬਲ ਦੇ ਥਰੂ, ਦਿਸ ਕੇਬਲ ਦੇ ਥਰੂ, ਆ ਜਿਹੜੀ ਕੇਬਲ ਹੈ ਇਟ ਵਿਲ ਸੈਂਡ ਡਿਟੇਲਸ ਥਰੂ ਦਾ ਕੇਬਲ ਟੂ ਦਾ ਕੰਪਿਊਟਰ। ਔਰ ਜਦੋਂ ਤੁਹਾਡਾ ਕੰਪਿਊਟਰ ਮਾਊਸ ਅਗਰ ਅਸੀਂ ਕਿਸੇ ਕੰਪਿਊਟਰ ਦੇ ਵਿੱਚ ਇੰਸਟਾਲ ਕਰਦੇ ਹਾਂ, ਲਗਾਉਂਦੇ ਹਾਂ ਤਾਂ ਮਾਊਸ ਦਾ ਡਰਾਈਵਰ ਵੀ ਲੋਡ ਹੁੰਦਾ ਨਾਲ। Now software in your computer moves the mouse on the screen by corresponding amount. ਉਸ ਅਮਾਉਂਟ ਨਾਲ ਉਸ ਕਰਸਰ ਨੂੰ ਸਕਰੀਨ ਤੇ ਮੂਵ ਕਰਦਾ। ਮੈਂ ਹੁਣ ਸ਼ਾਰਟ ਦੇ ਵਿੱਚ ਮੈਕੈਨੀਕਲ ਮਾਊਸ ਦਾ ਕਨਸੈਪਟ ਦੱਸਦਾ। ਮੈਕੈਨੀਕਲ ਮਾਊਸ ਦੀ ਵਰਕਿੰਗ ਕੀ ਹੈ? ਮੈਕੈਨੀਕਲ ਮਾਊਸ ਦੇ ਵਿੱਚ ਆਈਦਰ ਯੂ ਮੂਵ ਅਪ or you move down or you move left or you move right. ਤੁਹਾਡਾ ਜਿਹੜਾ ਬਾਲ ਹੈ, ਮਾਊਸ ਦਾ ਬਾਲ ਹੈ, ਬਾਲ ਜਦੋਂ ਮੂਵ ਕਰਦਾ ਹੈ 0 डिग्री ਤੇ 45 डिग्री ਤੇ 90 ਤੇ 180 ਤੇ 360 ਤੇ ਜਿਸ ਵੀ ਐਂਗਲ ਤੇ ਮੂਵ ਕਰਦਾ ਹੈ ਕੋਰਸਪੋਂਡਿੰਗ ਐਕਸ ਐਂਡ ਵਾਈ ਦੇ ਜਿਹੜੇ ਵੀਲਸ ਹੈ ਉਹ ਟਰਨ ਹੁੰਦੇ। ਨੈਕਸਟ ਕੀ ਹੈ, ਜਦੋਂ ਬਾਲ ਮੂਵ ਕਰਦਾ ਇਹ ਜਿਹੜੀ ਅੰਦਰ ਇੱਕ ਲਾਈਟ ਹੈ, ਉਹ ਲਾਈਟ ਜਿਹੜੀ ਉੱਥੇ ਗਲੋ ਕਰ ਰਹੀ ਹੈ ਉਹਨੂੰ ਆਬਸਟਰਕਟ ਕਰਦਾ। ਜਿੰਨੀ ਵਾਰੀ ਉਹ ਲਾਈਟ ਨੂੰ ਆਬਸਟਰਕਟ ਕਰੇਗਾ ਜਿੰਨੇ ਟਾਈਮ ਤੇ, ਠੀਕ ਹੈ, ਉਹ ਮੇਜਰ ਕਰਦਾ ਵੀ ਤੁਹਾਡਾ ਵੀਲ ਕਿੰਨਾ ਮੂਵ ਕੀਤਾ। ਐਂਡ ਹਾਊ ਇਟ ਇਜ਼ ਦਿਸ ਮੇਜਰਡ, ਇਟ ਇਜ਼ ਬੀਇੰਗ ਮੇਜਰਡ ਬਾਈ ਏ ਮਾਈਕਰੋਚਿਪ ਜਿਹੜੀ ਕਿ ਤੁਹਾਡੇ ਮਾਊਸ ਦੇ ਅੰਦਰ ਲੱਗੀ ਹੁੰਦੀ ਹੈ। ਔਰ ਮਾਈਕਰੋਚਿਪ ਸਭ ਕੁਝ ਰਿਕਾਰਡ ਕਰਦੀ ਹੈ और थ्रू माउस केबल ਇਹ ਜਾ ਕੇ ਸਾਰਾ ਦਾ ਸਾਰਾ ਜੋ ਇਨਫੋਰਮੇਸ਼ਨ ਹੈ, ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਕੰਪਿਊਟਰ ਨੂੰ ਭੇਜਦੀ ਹੈ।
हर पेरीफेरल, चाहे वो इनपुट पेरीफेरल होवे, चाहे आउटपुट होवे, चाहे माउस होवे, चाहे वो कीबोर्ड होवे, हर पेरीफेरल ਦੇ ਲਈ ਇੱਕ ਡਰਾਈਵਰ ਹੁੰਦਾ, ਡਿਵਾਈਸ ਡਰਾਈਵਰ ਹੁੰਦਾ, ਤਾਂ ਹੀ ਉਹ ਪਾਰਟਿਕੂਲਰ ਡਿਵਾਈਸ ਚੱਲਦਾ ਹੈ, ਅਦਰ ਉਹ ਪਾਰਟਿਕੂਲਰ ਡਿਵਾਈਸ ਚੱਲਦਾ ਨਹੀਂ। ਸੋ ਮਾਈਕਰੋਚਿਪ ਜੋ ਇਨਫੋਰਮੇਸ਼ਨ ਵਾਇਰ ਦੇ ਥਰੂ ਕੰਪਿਊਟਰ ਨੂੰ ਭੇਜਦੀ ਹੈ, ਜਿਹੜਾ ਤੁਹਾਡਾ ਸੌਫਟਵੇਅਰ ਹੈ ਉਹ ਉਸ ਇਨਫੋਰਮੇਸ਼ਨ ਦੇ ਕੰਟੈਕਸਟ ਦੇ ਵਿੱਚ ਤੁਹਾਡੇ ਕਰਸਰ ਨੂੰ ਕੋਰਸਪੋਂਡਿੰਗ ਅਮਾਉਂਟ ਨਾਲ ਸਕਰੀਨ ਤੇ ਮੂਵ ਕਰਦਾ ਹੈ। ਦਿਸ ਇਜ਼ ਦਾ ਵਰਕਿੰਗ ਆਫ ਮੈਕੈਨੀਕਲ। ਜਿਹੜਾ ਦੂਸਰਾ ਮਾਊਸ ਸਾਡੇ ਕੋਲ ਅਵੇਲੇਬਲ ਹੈ that is optical mouse। मैकेनिकल माउस ਦੀ ਲਿਮਿਟੇਸ਼ਨ ਕੀ ਹੈ? ਮੈਕੈਨੀਕਲ ਮਾਊਸ ਦੇ ਵਿੱਚ ਵੇਅਰ ਐਂਡ ਟੇਅਰ ਬਹੁਤ ਹੁੰਦੀ ਹੈ। ਕਿਸ ਚੀਜ਼ ਦੀ ਵੇਅਰ ਐਂਡ ਟੇਅਰ ਹੁੰਦੀ? ਜਿਹੜੀ ਬਾਲ ਦੀ। ਜਿੱਦਾਂ ਜਿੱਦਾਂ ਬਾਲ ਮੂਵ ਕਰੀ ਜਾਏਗਾ, ਤੁਸੀਂ ਵੈਸੇ ਕ੍ਰਿਕਟ ਬਾਲ ਵੀ ਦੇਖਿਆ ਹੋਗਾ, ਕੋਈ ਵੀ ਬਾਲ ਦੇਖਿਆ ਹੋਗਾ, ਜਿੱਦਾਂ ਜਿੱਦਾਂ ਤੁਸੀਂ ਬਾਲ ਨੂੰ ਯੂਜ਼ ਕਰੋਗੇ ਬਾਲ ਵੇਅਰ ਐਂਡ ਟੇਅਰ ਹੋ ਜਾਂਦਾ। ਮੈਕੈਨੀਕਲ ਡਿਵਾਈਸ ਉਹ ਲਿਮਿਟੇਸ਼ਨ ਮੈਕੈਨੀਕਲ ਮਾਊਸ ਚਾਹੁੰਦੀ ਸੀ, ਬਾਲ ਦਾ ਵੇਅਰ ਐਂਡ ਟੇਅਰ ਹੋ ਜਾਂਦੀ ਸੀ। ਇੱਕ ਵਾਰੀ ਬਾਲ ਖਰਾਬ ਹੋ ਗਿਆ, ਕੋਈ ਬਾਲ ਬੂਲ ਨਹੀਂ ਚੇਂਜ ਕਰਦਾ, ਲੋਕ ਮਾਊਸ ਸੁੱਟ ਦਿੰਦੇ ਸੀ। उस particular limitation or remove currently they have worked out and brought the concept of this optical mouse। लेकिन optical mouse the working mechanical mouse तो different है। Optical mouse works in a completely different way। It shines a bright light down onto your desk from an LED mounted on the bottom of the mouse। आ देखो, yes, एक LED लगी हुई है। It shines a bright light। ਜਦੋਂ ਮੈਂ ਮਾਊਸ ਨੂੰ ਆਪਣੇ ਡੈਸਕ ਤੇ ਰੱਖ ਰਿਹਾ, ਇਹ ਲਾਈਟ ਡੈਸਕ ਤੇ ਲੱਗ ਰਹੀ ਹੈ। ਕਿਸੇ ਵੀ ਤੁਸੀਂ ਜਦੋਂ ਕੰਪਿਊਟਰ ਤੇ ਕੰਮ ਕਰਦੇ ਹੋ, ਤੁਸੀਂ ਪਲੇਨ ਸਰਫੇਸ ਤੇ ਇਸ ਨੂੰ ਰੱਖੋਗੇ, ਇਹ ਜਿਹੜੀ ਲਾਈਟ ਹੈ it shines a bright light down onto the desk from the LED। next step ਕੀ ਹੁੰਦਾ? the light bounces straight back of the desk into the photocell। ਉਹ ਜਦੋਂ ਜਾ ਕੇ ਜਿਸ ਵੀ ਡੈਸਕ ਤੇ ਜਾ ਕੇ ਟਕਰਾਂਦੀ ਹੈ, ਵਾਪਸ ਜਾ ਕੇ ਅੰਦਰ ਫੋਟੋ ਸੈਲ ਤੇ ਜਾ ਕੇ ਟਕਰਾਂਦੀ, ਰਿਫਲੈਕਟ ਹੁੰਦੀ। The light bounces straight back of the desk into the photocell mounted under the mouse a short distance from the LED। LED ਤੋਂ ਥੋੜਾ ਜਿਹਾ ਉੱਪਰ ਅੰਦਰ ਇੱਕ ਫੋਟੋ ਸੈਲ ਲੱਗਿਆ ਹੁੰਦਾ ਹੈ, ਉਹ ਲਾਈਟ ਜਾ ਕੇ ਵਾਪਸ ਉਹਨੂੰ ਟਕਰਾਂਦੀ। The photocell has a lens in front of it। ਉਸ ਫੋਟੋ ਸੈਲ ਦੇ ਸਾਹਮਣੇ ਇੱਕ ਲੈਂਸ ਹੁੰਦਾ ਹੈ। ਤੁਸੀਂ ਫਿਜ਼ਿਕਸ ਦੇ ਵਿੱਚ ਦੇਖਿਆ ਹੋਗਾ, ਸ਼ੀਸ਼ੇ ਦਾ ਛੋਟਾ ਜਿਹਾ ਲੈਂਸ ਹੁੰਦਾ ਹੈ। ਉਸ ਫੋਟੋ ਸੈਲ ਦੇ ਸਾਹਮਣੇ ਇੱਕ ਲੈਂਸ ਹੁੰਦਾ ਹੈ, ਉਹਨੂੰ ਮੈਗਨੀਫਾਈ ਕਰ ਦਿੰਦਾ ਰਿਫਲੈਕਟਡ ਟਾਈਪ। that lens magnifies, ਵਧਾ ਦਿੰਦਾ the reflected light so that the mouse can respond precisely to your hand movements। as you push the mouse around the desk, pattern of reflected light changes and chip inside the mouse uses this to figure out how you are moving your hand। ਕੀ ਡਿਫਰੈਂਸ ਹੈ ਆਪਟੀਕਲ ਮਾਊਸ ਔਰ ਮੈਕੈਨੀਕਲ ਮਾਊਸ ਦੇ ਵਿੱਚ? ਅਦਰਵਾਈਜ਼ ਮੈਂ ਤੁਹਾਨੂੰ ਇੱਥੇ ਐਕਸਪਲੇਨ ਕਰਤਾ, ਮੈਂ ਤੁਹਾਨੂੰ ਇੱਕ ਹੋਰ ਵੇ ਨਾਲ ਐਕਸਪਲੇਨ ਕਰਦਾ। ਆਪਟੀਕਲ ਮਾਊਸ ਦੇ ਬਾਟਮ ਤੇ ਮੈਂ ਤੁਹਾਨੂੰ ਦਿਖਾ ਰਿਹਾ LED ਲੱਗੀ। LED ਦੇ ਅੰਦਰ ਇਹਦੇ ਥੋੜੀ ਉੱਪਰ ਇੱਕ ਫੋਟੋ ਸੈਲ ਲੱਗਿਆ। ਜਦੋਂ ਮੈਂ ਇਹਨੂੰ ਮਾਊਸ ਨੂੰ ਡੈਸਕ ਤੇ ਰੱਖਦਾ, ਇਹਨੂੰ ਮੂਵ ਕਰਦਾ, ਜਦੋਂ ਮੈਂ ਮਾਊਸ ਨੂੰ ਮੂਵ ਕਰ ਲਿਆ, ਲਾਈਟ ਰਿਫਲੈਕਟ ਜਦੋਂ ਵੀ ਇਹਦਾ ਚੇਂਜ ਹੋਣਾ ਹੈ, ਅਦਰਵਾਈਜ਼ ਹੁਣ ਤਾਂ ਮਾਊਸ ਸਟਿਲ ਹੈ, ਤੁਹਾਡਾ ਕਰਸਰ ਸਟਿਲ ਹੈ। ਜਦੋਂ ਮਾਊਸ ਸਟਿਲ ਹੈ, ਤੁਹਾਡਾ ਕਰਸਰ ਸਟਿਲ ਹੈ, ਕਰਸਰ ਮੂਵ ਨਹੀਂ ਕਰ ਰਿਹਾ। ਹੁਣ ਜਦੋਂ ਮੈਂ ਮਾਊਸ ਨੂੰ ਜਿੱਦਾਂ ਹੀ ਮੈਂ ਥੋੜਾ ਜਿਹਾ ਹਿਲਾਉਂਗਾ, ਤੁਹਾਡੇ ਡੈਸਕ ਤੋਂ ਉਹ ਜਿਹੜੀ ਲਾਈਟ ਹੈ ਉਹਦੀ ਇੰਟੈਂਸਿਟੀ ਬਦਲੇਗੀ, ਲਾਈਟ ਰਿਫਲੈਕਟ ਹੋ ਕੇ ਵਾਪਸ ਤੁਹਾਡੇ ਫੋਟੋ ਸੈਲ ਚ ਆਏਗੀ। ਫੋਟੋ ਸੈਲ ਦੇ ਬਿਲਕੁਲ ਐਗਜ਼ੈਕਟਲੀ ਸਾਹਮਣੇ ਇੱਕ ਲੈਂਸ ਲੱਗਿਆ ਹੈ, ਉਹ ਉਸ ਲਾਈਟ ਨੂੰ ਜਿੰਨੀ ਉਹਦੀ ਇੰਟੈਂਸਿਟੀ ਨੂੰ ਰਿਫਲੈਕਟ ਹੋਈ ਹੈ ਉਹਨੂੰ ਮੈਗਨੀਫਾਈ ਕਰੇਗਾ, ਔਰ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਵਾਇਰ ਦੇ ਥਰੂ ਤੁਹਾਡੇ ਸੌਫਟਵੇਅਰ ਡਰਾਈਵਰ ਕੋ ਜਾਏਗੀ, ਔਰ ਉਹ ਇਸ ਮੂਵਮੈਂਟ ਨੂੰ ਡਿਟੈਕਟ ਕਰੇਗਾ
और तुहाडे सामने जिहड़ा कर्सर है उस पोर्शन दे विच this is the working of mechanical mouse which is entirely different from the working of an optic ठीक है चलो कुछ माउस दे विच जिथे ऑप्टिकल माइस लिखिया माउस लिखिया वन एंड द सेम थिंग कुछ माउस दे विच दो एलईडीज भी होंदी हैं द फर्स्ट वन शाइन्स लाइट onto the desk जबकि दैट्स लाइट फ्रॉम दैट इज picked by the photocell the second LED lights up a red plastic strip along the back of the mouse so you can see it is working कुछ माउस ऐसे ਹੁੰਦੇ ਆ ਜਦੋਂ ਚੱਲਦੇ ਹੁੰਦੇ ਨਾ ਨੀਚੇ ਨਾਲ ਲਾਈਟ ਵੀ ਜਨਰੇਟ ਕਰਦੇ ਆਸ-ਪਾਸ ਨਾ ਬ੍ਰਾਈਟ ਦੀ ਲਾਈਟ ਵੀ ਮਤਲਬ ਮਾਊਸ ਵਰਕਿੰਗ 'ਚ ਹੈ ਉਹਨਾਂ 'ਚ ਦੋ LED ਲੱਗੀਆਂ ਹੁੰਦੀਆਂ ਵੀ ਤੁਹਾਨੂੰ ਲੱਗੇ ਵੀ ਮਾਊਸ ਵਰਕਿੰਗ 'ਚ ਲੇਕਿਨ ਉਹਦਾ ਕਨਸੈਪਟ ਇਹੀ ਹੈ that ਲਾਈਟ ਰਿਫਲੈਕਟ ਹੋ ਕੇ ਫੋਟੋਸੈਲ ਤੇ ਆਏਗੀ ਫੋਟੋਸੈਲ ਦੇ ਸਾਹਮਣੇ ਤੁਹਾਡਾ ਇੱਕ ਲੈਂਸ ਲੱਗਿਆ ਹੈ ਉਸ ਨੂੰ ਮੈਗਨੀਫਾਈ ਕਰੇਗਾ ਉਹਦੀ ਇੰਟੈਂਸਿਟੀ ਟੂ ਦੀ ਮੂਵਮੈਂਟ ਨੂੰ ਡਿਟੈਕਟ ਕਰੇਗਾ and it will transfer through that wire to the socket. This is basically the working of mouse, mechanical mouse and the optical. इस चैप्टर ਦੇ ਵਿੱਚ ਅਸੀਂ ਦੋ ਡਿਵਾਈਸਸ ਕੀਤੇ ਟਿਲ ਨਾਓ ਇਨਪੁਟ ਡਿਵਾਈਸਸ ਜਿਹੜੇ ਦੋ ਇਨਪੁਟ ਡਿਵਾਈਸਸ ਕੀਤੇ ਇੱਕ ਤਾਂ ਅਸੀਂ ਕੀਬੋਰਡ ਕੀਤਾ ਦੂਸਰਾ ਅਸੀਂ ਮਾਊਸ ਕੀਤਾ ਔਰ ਥਰਡ ਇਨਪੁਟ ਡਿਵਾਈਸ ਜਿਹੜਾ ਇਸ ਚੈਪਟਰ 'ਚ ਸਾਨੂੰ ਮੈਂਸ਼ਨਡ ਹੈ that is your scanner तीन ਜਿਹੜੇ ਟੌਪਿਕਸ ਹੈ ਇਹ ਇਹਨਾਂ ਦੀ ਕੰਸਟਰਕਸ਼ਨ ਵਰਕਿੰਗ ਐਕਸਪਲੇਨ ਕਰਨੀ ਹੈ ਇਸ ਤੋਂ ਇਲਾਵਾ ਇਸ ਚੈਪਟਰ ਸਾਡੇ ਕੋਲ ਹੋਰ ਤਿੰਨ ਆਪਸ਼ਨਸ ਹੈ ਜਿਨ੍ਹਾਂ ਦੀ ਸਿਰਫ ਬਰੀਫ ਇੰਟਰੋਡਕਸ਼ਨ ਦੇਣੀ ਹੈ ਜॉयस्टिक ਕੀ ਹੈ ਠੀਕ ਹੈ ਡਿਫਰੈਂਟ ਕਾਈਂਡ ਦੇ ਡਿਵਾਈਸਸ ਜਿਨ੍ਹਾਂ ਦੀ ਵਰਕਿੰਗ ਔਰ ਉਹਨਾਂ ਨੂੰ ਅਸੀਂ ਐਕਸਪਲੇਨ ਕਰਨਾ ਜਿਹੜਾ ਤੀਸਰਾ ਅਸੀਂ ਇਨਪੁਟ ਡਿਵਾਈਸ ਯੂਜ਼ ਕਰਨ ਲੱਗੇ ਹਾਂ that is your scanner यूज करते हो तुसी खुद यूज करते हो तुसी अपना फर्स्ट सैशनल ਦਾ ਪੇਪਰ ਦਿੱਤਾ ਸੀਗਾ ਫਸਟ ਸੈਸ਼ਨਲ ਦੇ ਪੇਪਰ ਦੇ ਵਿੱਚ ਤੁਸੀਂ ਪੇਪਰ ਲਿਖਿਆ ਉਸ ਤੋਂ ਬਾਅਦ ਤੁਸੀਂ ਡਾਕੂਮੈਂਟ ਸਕੈਨਰ ਤੋਂ ਸਕੈਨ ਕੀਤਾ ਉਹਨੂੰ ਪੀਡੀਐਫ ਚ ਕਨਵਰਟ ਕਰਕੇ ਸਾਨੂੰ ਮੇਲ ਕੀਤਾ ਸਕੈਨਰ ਇਜ਼ ਅ ਕਾਈਂਡ ਆਫ ਇਨਪੁਟ ਡਿਵਾਈਸ that is used to translate paper documents ਤੁਹਾਡਾ ਜੋ ਤੁਸੀਂ ਪੇਪਰ ਤੇ ਲਿਖਿਆ ਸੀ ਉਸ ਨੂੰ ਸਕੈਨ ਕਰਕੇ it is used to translate into an electronic format ਉਹ ਫਾਰਮੈਟ ਤੁਹਾਡਾ jpg ਵੀ ਹੋ ਸਕਦਾ ਹੈ ਉਹ ਫਾਰਮੈਟ ਤੁਹਾਡਾ bmp ਵੀ ਹੋ ਸਕਦਾ ਹੈ ਉਹ ਫਾਰਮੈਟ ਤੁਹਾਡਾ pdf ਵੀ ਹੋ ਸਕਦਾ ਹੈ that can be stored into computer ਔਰ ਇਸ ਦੀ ਲਾਈਵ ਐਗਜ਼ਾਮਪਲ ਤੁਸੀਂ ਖੁਦ ਕੀਤੀ ਹੋਈ ਹੈ ਤੁਸੀਂ ਪੇਪਰ ਦਿੱਤਾ ਉਸ ਨੂੰ ਸਕੈਨ ਕੀਤਾ ਪੀਡੀਐਫ ਫਾਰਮ ਦੇ ਵਿੱਚ ਸਕੈਨ ਕਰਕੇ ਥਰੂ WhatsApp ਜਾਂ ਥਰੂ ਮੇਲ ਸਾਡੀ ਮੇਲ ਤੇ ਟ੍ਰਾਂਸਕ੍ਰਿਪਟ this is what the definition is ਇਹੀ definition ਕਹਿ ਰਹੀ ਹੈ input device that is used to translate the paper documents into electronic format that can be stored inside a computer scanner is a little bit like a photocopy machine ਲਗਭਗ ਫੋਟੋਕਾਪੀ ਮਸ਼ੀਨ ਦੀ ਮੋਬਾਈਲ ਸਕੈਨਰ ਦੀ ਮੈਂ ਗੱਲ ਨਹੀਂ ਕਰ ਰਿਹਾ ਆਮ ਨਾਟ ਟਾਕਿੰਗ ਅਬਾਊਟ ਮੋਬਾਈਲ ਸਕੈਨਰ ਤਾਂ ਹੈਂਡਹੈਲਡ ਡਿਵਾਈਸਸ ਹੈ ਜਿਹੜਾ ਨਾਰਮਲ ਡਾਕੂਮੈਂਟ ਸਕੈਨਰ ਹੁੰਦਾ ਹੈ ਉਹ ਫੋਟੋਸਟੇਟ ਮਸ਼ੀਨ ਦੀ ਤਰ੍ਹਾਂ ਹੁੰਦਾ ਹੈ except that instead of copying the image to the paper it transfers the image directly onto the computer ਫੋਟੋਸਟੇਟ ਦਾ ਇਮੇਜ ਕੀ ਕਰਦੀ ਹੈ ਫੋਟੋਕਾਪੀ ਜਦੋਂ ਤੁਸੀਂ ਕਰਾਉਂਦੇ ਹੋ ਉਹ ਤਾਂ ਪੇਪਰ ਤੇ ਇਮੇਜ ਟ੍ਰਾਂਸਫਰ ਕਰਦੀ ਨਾ ਸਕੈਨਰ ਇੰਸਟੈਂਟ ਪੇਪਰ ਤੇ ਟ੍ਰਾਂਸਫਰ ਨਹੀਂ ਕਰਦਾ ਆਧਾ ਕੰਮ ਕਰਦਾ ਹੈ ਉਹ ਜਿਹੜੀ ਇਮੇਜ ਆ ਉਹਨੂੰ ਕੰਪਿਊਟਰ ਤੇ ਟ੍ਰਾਂਸਫਰ ਕਰ ਦਿੰਦਾ ਸਕੈਨਰਸ ਆਰ ਯੂਜ਼ਡ ਟੂ ਕ੍ਰੀਏਟ ਸੌਫਟ ਕਾਪੀ ਜਿਹੜੀ ਪ੍ਰਿੰਟ ਆਂਦਾ ਪ੍ਰਿੰਟ ਨੂੰ ਅਸੀਂ ਹਾਰਡ ਕਾਪੀ ਬੋਲਦੇ ਹਾਂ ਸਕੈਨਰ ਜਿਹੜੀ ਚੀਜ਼ ਜਨਰੇਟ ਕਰਦਾ ਉਹ ਚੀਜ਼ ਜਨਰੇਟ ਕਰਦਾ ਸੌਫਟ ਕਾਪੀ ਐਂਡ ਦ ਰਿਜ਼ਲਟ ਆਫ ਸਕੈਨਿੰਗ ਇਜ਼ ए PMP ਬਿਟਮੈਪ ਫਾਈਲ ਵੀ ਹੋ ਸਕਦੀ ਹੈ PDF फाइल भी हो सकती है JPG फाइल भी हो सकती है इट कैन बी एनी फाइल स्कैनर का बेसिक कॉन्सेप्ट की है किस टेक्नोलॉजी यूज करता है इट यूजेस ऑप्टिकल टेक्नोलॉजी
for converting an image to an electronic form. That is, they convert an image into electronic form by shining light onto the image and sensing the intensity of reflection at every point of image. यही मेन पॉइंट है जो चीज लिखी है स्कैनर दी वर्किंग दा कॉन्सेप्ट की है they convert an image into electronic form means pdf होगा bmp होगा jpg होगा by shining light onto the image ਤੇ ਲਾਈਟ ਪਾਉਂਦੇ and ਜਦੋਂ ਮੰਨ ਲਓ ਇਹ ਪੇਪਰ ਹੈ ਇਹ ਪੇਪਰ ਤੇ ਲਾਈਟ ਪਈ ਕੁਝ ਪੋਰਸ਼ਨ ਵਾਈਟ ਹੈ ਕੁਝ ਪੋਰਸ਼ਨ ਰਿਟਨ ਹੈ ਜਿੱਥੇ ਬਲੈਕ ਹੈ ਜਦੋਂ ਲਾਈਟ ਇਸ ਪੇਪਰ ਤੇ ਪਏਗੀ ਹਰ ਪੁਆਇੰਟ ਦੀ ਇੰਟੈਂਸਿਟੀ ਲਾਈਟ ਦੀ ਸੇਮ ਨਹੀਂ ਹੋਏ ਸਕੈਨਰ ਇਸੇ ਚੀਜ਼ ਨੂੰ ਡਿਟੈਕਟ ਕਰਦਾ ਹੈ ਬਾਈ shining light onto the image and sensing the intensity of reflection at every point of image कुछ पॉइंट्स डार्क हो गए कुछ पॉइंट्स वाइट हो गए और ਉਹਦੀ ਉਸ ਦੀ ਰਿਫਲੈਕਸ਼ਨ ਨੂੰ ਮੇਜ਼ਰ ਕਰਕੇ ਇਹ ਇਮੇਜ ਨੂੰ ਕੈਪਚਰ ਕਰਦਾ ਹੈ we got two kind of sensors one is flat bed another is handheld first one is your flat bed scanner आज ਤੁਸੀਂ ਸਕਰੀਨ ਤੇ ਤੁਹਾਨੂੰ ਦਿਖਾ ਵੀ ਰਹੇ this is flat bed it is like a photocopying machine it consists of a box having a glass plate ਇੱਥੇ glass plate ਲੱਗੀ ਹੁੰਦੀ ਹੈ this point ਇਸ ਪੁਆਇੰਟ ਤੇ glass plate ਲੱਗੀ ਹੁੰਦੀ ਹੈ and a lid lid ਹੈ ਇਸ ਨੂੰ ਕਵਰ ਕਰਦੀ ਜਿਹੜਾ ਵੀ ਡਾਕੂਮੈਂਟ ਸਕੈਨ ਕਰਨਾ ਹੈ the document to be scanned is placed on this glass plate the light plate is situated below the glass plate नीचे लाइट आएगी and moves from left to right or top to bottom ਜਦੋਂ ਵੀ ਸਕੈਨਰ ਹੁੰਦਾ ਨਾ ਤੁਹਾਨੂੰ ਇੱਕ ਆਵਾਜ਼ ਆਉਂਦੀ ਹੈ ਜਾਂ ਉਹ ਟੌਪ ਟੂ ਬਾਟਮ ਮੂਵ ਕਰਦੀ ਹੈ ਜਾਂ ਉਹ ਲੈਫਟ ਟੂ ਰਾਈਟ ਮੂਵ ਕਰਦੀ ਹੈ ਔਰ ਦੂਸਰਾ ਸਾਡੇ ਕੋਲ ਜਿਹੜਾ ਸਕੈਨਰ ਅਵੇਲੇਬਲ ਹੈ that is handheld scanner ਜਿਹੜਾ ਕਿ ਤੁਸੀਂ ਆਮ ਸ਼ਾਪਸ ਦੇ ਵਿੱਚ ਕਾਫੀ ਦੇਖਿਆ ਹੋਵੇਗਾ handheld scanner has a set of light emitting diodes encased in a small case that can be conveniently held in hand during operation. To scan a document, the scanner is dragged slowly from one end of the document ਦੇ ਇੱਕ end ਤੋਂ ਲੈ ਕੇ ਦੂਸਰੇ end ਤੱਕ ਅਸੀਂ ਇਹਨੂੰ ਮੂਵ ਕਰਦੇ ਹਾਂ they are much cheaper as compared to flatbed scanners ਹੋਰ ਵੀ different kind ਦੇ scanners ਹੈ ਲੇਕਿਨ primarily ਅਸੀਂ use ਕਰਦੇ ਹਾਂ flatbed scanners and handheld scanners ਇਹੀ ਦੋ ਜਿਹੜੇ scanners ਹੈ primarily use ਕਰਦੇ ਹਾਂ ਸਾਡੇ ਕੋਲ ਹੋਰ different kind ਦੇ scanners ਵੀ available ਹੁਣ working scanner ਕਿਸ ਵੇ ਨਾਲ ਕੰਮ ਕਰਦਾ मैं लास्ट टू लास्ट स्लाइड में जैसे दसिया भी है it uses optical technology optical technology की करते हैं लाइट मारते हैं पूरी दे पूरे पेज ते कुछ पॉइंट तो लाइट रिफ्लेक्ट ज्यादा होती है कुछ पॉइंट तो लाइट ਤੁਹਾਡੀ रिफ्लेक्ट घट होती है बेस्ड अपॉन दैट ए इमेज ਨੂੰ कैप्चर करते हैं same is being explained over here the document is placed on the glass plate of scanner and the cover is closed मैं flat bed ਦੀ ਗੱਲ ਕਰ ਰਿਹਾ glass plate ਤੇ scanner ਤੇ document ਰੱਖਿਆ ਔਰ ਉਸ ਤੋਂ ਬਾਅਦ cover ਨੂੰ ਕਰਤਾ ਬੰਦ ਜਿਹੜਾ ਅੰਦਰਲਾ ਕਵਰ ਹੁੰਦਾ ਹੈ ਤੁਸੀਂ ਜਿਹੜੀ ਜਿਸ ਨੂੰ ਕਵਰ ਨੂੰ ਅਸੀਂ ਬੰਦ ਕਰਦੇ ਹਾਂ ਬਲੈਕ ਵੀ ਹੁੰਦਾ ਹੈ ਵਾਈਟ ਵੀ ਹੁੰਦਾ ਹੈ ਬਲੈਕ ਵੀ ਹੋ ਜਾਂਦਾ ਕਈਆਂ ਦਾ ਵਾਈਟ ਵੀ ਹੁੰਦਾ ਹੈ this cover provides a uniform background that the scanner software can use as a reference for determining the size of document being scanned ਉਸ ਤੋਂ ਬਾਅਦ ਤੁਸੀਂ ਪੇਜ ਰੱਖਿਆ ਉਹਦੇ ਬਾਟਮ ਤੋਂ ਇੱਕ ਲੈਂਪ ਚੱਲਦਾ ਹੈ ਤੁਸੀਂ ਸ਼ੀਸ਼ੇ ਤੇ ਪੇਜ ਰੱਖਦੇ ਹੋ ਉਹਦੇ ਬਾਟਮ ਤੋਂ ਇੱਕ ਲੈਂਪ ਚੱਲਦਾ ਹੈ that is used to illuminate the document ਆਮ ਤੌਰ ਤੇ ਇਹੀ ਕਿਹਾ ਜਾਂਦਾ ਨਾ ਤੁਸੀਂ ਉਲਟਾ ਰੱਖੋ ਜੋ ਤੁਸੀਂ ਸਕੈਨ ਕਰਨਾ ਹੈ ਜਿਸ ਸਾਈਡ ਨੂੰ ਸਕੈਨ ਕਰਨਾ ਹੈ ਉਹ ਸਾਈਡ ਸ਼ੀਸ਼ੇ ਤੇ ਰੱਖੋ ਨੀਚੇ ਇੱਕ ਲੈਂਪ ਗਲੋ ਕਰਦਾ ਹੈ
ਲਾਈਟ ਗਲੋ ਕਰਦੀ ਹੈ ਔਰ ਉਹ ਜਦੋਂ ਲਾਈਟ ਗਲੋ ਕਰਦੀ ਹੈ ਦ ਐਂਟਾਇਰ ਮੈਕੈਨਿਜ਼ਮ ਮਿਰਰ lenses filters and CCD array make the scan head. Scan head is moved slowly across the document by a belt attached to the stepper motor. ਛੋਟੀ ਜਿਹੀ ਇੱਕ ਮੋਟਰ ਹੁੰਦੀ ਹੈ ਨੀਚੇ ਬੈਲਟ ਲੱਗੀ ਹੁੰਦੀ ਹੈ ਉਹ ਉਸ ਨੂੰ ਮੂਵ ਕਰਦੀ ਹੈ ਅਪ ਟੂ ਡਾਊਨ ਮੂਵ ਕਰਦੀ ਲੈਫਟ ਟੂ ਰਾਈਟ ਟੌਪ ਟੂ ਬਾਟਮ ਮੂਵ ਕਰਦੀ ਹੈ depending upon the functioning of that particular scan. ਡਾਕੂਮੈਂਟ ਹੈ ਡਾਕੂਮੈਂਟ ਨੂੰ ਉਲਟਾ ਕਰਕੇ ਰੱਖਤਾ ਸ਼ੀਸ਼ੇ ਤੇ ਨੀਚੇ ਲਾਈਟ ਗਲੋ ਕੀਤੀ ਦੈਨ ਸਕੈਨਰ ਹੈਡ ਜਿਹੜਾ ਹੈ ਉਹ ਮੂਵ ਕਰੇਗਾ ਸਲੋਲੀ ਮੂਵ ਕਰੇਗਾ ਇੱਕ ਮੋਟਰ ਦੇ ਨਾਲ ਠੀਕ ਹੈ ਉਹ ਮੋਟਰ ਉਸ ਹੈਡ ਨੂੰ ਅਪ ਡਾਊਨ ਮੂਵ ਕਰਦੀ the scanner head is attached to a stabilizer bar to ensure that there is no deviation in the pass. ਇਹਦਾ ਮਤਲਬ ਹੈ that pass means the scanner head has completed one complete document of the scan in a single pass. ਇੱਕ ਵਾਰੀ ਚ ਸਾਰੇ ਦੇ ਸਾਰੇ ਡਾਕੂਮੈਂਟ ਨੂੰ ਪਾਸ ਕਰ ਲੈਂਦਾ thereafter the image of document is reflected. ਤੁਸੀਂ ਅਗਰ ਰਿਫਲੈਕਸ਼ਨ ਦਾ ਕਨਸੈਪਟ ਸਮਝਦੇ ਹੋ ਸ਼ੀਸ਼ੇ ਦੇ ਵਿੱਚ ਉਹ ਰਿਫਲੈਕਟ ਹੁੰਦੀ ਹੈ the image of the document is reflected by an angled mirror to another. ਮੈਂ ਵੈਸੇ ਜਨਰਲ ਕਨਸੈਪਟ ਲਾਉਂਦਾ ਤੁਸੀਂ ਆਪਾਂ ਸ਼ੀਸ਼ੇ ਦੇ ਅੱਗੇ ਖੜੇ ਹੁੰਦੇ ਸਾਨੂੰ ਇਮੇਜ ਸਾਹਮਣੇ ਦਿਖਦੀ ਹੈ ਲੇਕਿਨ ਉਹ ਇਨਵਰਟਡ ਇਮੇਜ ਹੁੰਦੀ ਉਲਟੀ ਇਮੇਜ ਹੁੰਦੀ ਅਗਰ ਮੈਂ ਉਸ ਸ਼ੀਸ਼ੇ ਦੀ ਇਮੇਜ ਦੇ ਅੱਗੇ ਇੱਕ ਹੋਰ ਸ਼ੀਸ਼ਾ ਰੱਖਦਾ ਮੇਰੀ ਇਸ ਗੱਲ ਨੂੰ ਧਿਆਨ ਨਾਲ ਸਮਝੀ ਅੰਡਰਸਟੈਂਡ ਕਰਿਓ ਸ਼ੀਸ਼ੇ ਦੇ ਅੱਗੇ ਜਦੋਂ ਵੀ ਤੁਸੀਂ ਆ ਕੇ ਖੜੇ ਹੋਵੋਗੇ ਤੁਹਾਨੂੰ ਤਾਂ ਆਪਣੀ ਫੋਟੋ ਦਿਖਦੀ ਹੈ ਠੀਕ ਹੈ ਲੇਕਿਨ ਜਿਹੜੀ ਸ਼ੀਸ਼ੇ ਦੇ ਵਿੱਚ ਇਮੇਜ ਆਉਂਦੀ ਹੈ ਆਮ ਤੌਰ ਤੇ ਇਨਵਰਟਡ ਹੁੰਦੀ ਉਲਟੀ ਹੁੰਦੀ ਜਿਹੜੀ ਸ਼ੀਸ਼ੇ ਦੀ ਇਮੇਜ ਹੈ ਜਿਹੜੀ ਸ਼ੀਸ਼ੇ ਦੀ ਇਮੇਜ ਤੁਹਾਡੀ ਆਊਟਪੁੱਟ ਹੈ ਉਹਦੇ ਅੱਗੇ ਮੈਂ ਇੱਕ ਹੋਰ ਸ਼ੀਸ਼ਾ ਲਿਖਦਾ ਤਾਂ ਮੈਨੂੰ ਰਾਈਟ ਇਮੇਜ ਮਿਲੇਗੀ ਐਂਡ ਇਹੀ ਕਨਸੈਪਟ ਸਕੈਨਰ 'ਚ ਫਾਲੋ ਕੀਤਾ ਜਾਂਦਾ ਹੈ the image of document is reflected by an angled mirror ਜਿਹੜਾ ਡਾਕੂਮੈਂਟ ਦੀ ਇਮੇਜ ਆਈ ਹੈ ਉਹ ਇਨਵਰਟਡ ਹੈ ਇੱਕ ਹੋਰ ਮਿਰਰ ਲੱਗਿਆ ਉਹਨੂੰ ਰਿਫਲੈਕਟ ਕਰਦਾ to obtain the original image. In some scanners there are only 2 mirrors while some school uses 3 mirrors. Original image obtain ਕਰਦੇ हैं. The last mirror reflects the image onto the lens. The lens focuses the image through a filter on a charge coupled diode array. The filter and lens arrangement are based on the scanner. Some of the scanner using 2 pass, some using 3 pass. ਹੁਣ ਤੁਹਾਨੂੰ image ਮਿਲ ਗਈ each pass uses a different color filter between in the CCD arrays. After the passes are completed, the scanner assembles the 3 filtered image into a single full colored image. जो भी सारा concept है मैं ਤੁਹਾਨੂੰ basic way ਨਾਲ concept explain ਕਰ ਦੇਣਾ ਕੀ ਹੈ पेज लिया आ पेज है ਇਹਨੂੰ ਮੈਂ ਸਕੈਨ ਕਰਨਾ ਜਾਂ ਸਪੋਜ਼ ਇਸ ਸਾਈਡ ਨੂੰ ਮੈਂ ਸਕੈਨ ਕਰਨਾ ਇਸ ਸਾਈਡ ਨੂੰ ਮੈਂ ਸ਼ੀਸ਼ੇ ਤੇ ਰੱਖਿਆ नीचे शीशे तो एक लैंप जल रहा वो इतने लाइट मारेगा उस तो बाद स्टेपर मोटर लगी है वो जो हैड है स्कैनर के हैड मूव करेगा फ्रॉम टॉप टू बॉटम उसने पूरी की पूरी इमेज कैप्चर कर ली रिफ्लैक्ट हो गई लेकिन जो भी रिफ्लैक्शन में तुहानू शीशे की रिफ्लैक्शन का कॉन्सैप्ट दसा रिफ्लैक्शन हमेशा इन्वर्टेड इमेज ऑब्टेन करता है दिस इज फॉर श्योर रिफ्लैक्शन दे विच हमेशा इन्वर्टेड मीन्स उल्टी इमेज ऑब्टेन होंदी अगर उस इमेज ਨੂੰ ਅਸੀਂ ਪ੍ਰਿੰਟ ਕਰ ਦਈਏ ਤਾਂ that means ਤੁਹਾਡਾ ਤੁਹਾਨੂੰ ਉਲਟੀ ਪ੍ਰਿੰਟ ਆਊਟ ਮਿਲੇਗਾ ਤੁਹਾਨੂੰ ਸਹੀ ਪ੍ਰਿੰਟ ਆਊਟ ਨਹੀਂ ਮਿਲੇਗਾ ਉਹ ਜਿਹੜੀ ਤੁਹਾਨੂੰ ਇਮੇਜ ਹੈ ਜਿਹੜੀ ਉਲਟੀ ਇਮੇਜ ਹੈ ਉਸ ਨੂੰ ਸਿੱਧਾ ਕਰਨ ਲਈ ਉਹਦੇ ਅੱਗੇ ਇੱਕ ਹੋਰ ਸ਼ੀਸ਼ੇ ਦਾ ਮਿਰਰ ਲੱਗਾ ਹੁੰਦਾ ਹੈ ਜਦੋਂ ਇਮੇਜ ਨੂੰ ਦੁਬਾਰਾ ਉੱਚ ਹੋ ਜਾ ਕੇ ਰਿਫਲੈਕਟ ਹੋਏਗੀ ਤਾਂ ओरिजिनल ਇਮੇਜ ਆਬਟੇਨ ਹੋਏਗੀ इस तरीके ना डिफरेंट कलर्स की इमेजेस ऑब्टेन करके उन्होंने मर्ज करके एक फुल कलर्ड इमेज बनाई जाती दिस इज बेसिकली द कॉन्सेप्ट ऑफ द स्कैनर इस वे नाल तुहाडे स्कैनर ऑपरेट करते ठीक है जी
with this I complete this particular lecture. Okay, and